कि बहुत सारे परिवारों के कोल कोई घर का जी नहीं है बनाने वाला भी, वो सारे कोविड नाल इफेक्टेड ने। ਜਿਹੜਾ ਗੁਰੂ ਘਰ ਹੈ ਉਹਦੇ ਚ ਰਸਤੇ ਨਿਕਲਦੇ ਨੇ। ਗੁਰਦੁਆਰਾ ਗੁਰੂ ਦਾ ਘਰ ਇਸੇ ਕਰਕੇ ਆ ਨਾ, ਕਿਉਂਕਿ ਉਹ ਬੰਦੇ ਦਾ ਨਹੀਂ ਹੈਗਾ, ਸਰਕਾਰ ਦਾ ਨਹੀਂ, ਉਹ ਗੁਰੂ ਦਾ ਹੈ। ਧਰਮ ਤੇ ਇਹੋ ਹੀ ਹੈ ਕਿ ਜਦੋਂ ਕਿਸੇ ਨੂੰ ਤੁਸੀਂ ਭੁੱਖਾ ਵੇਖੋ, ਕਿਸੇ ਨੂੰ ਦੁਖੀ ਵੇਖੋ, ਕਿਸੇ ਨੂੰ ਲੋੜਵੰਦ ਵੇਖੋ, ਤੇ ਫਿਰ ਤੁਸੀਂ ਸੋਚੋ ਨਹੀਂ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਦਿੱਲੀ ਦੇ ਵਿੱਚ ਕਰੋਨਾ ਦੀ ਜਿਹੜੀ ਦੂਜੀ ਲਹਿਰ ਦੇ ਮੱਦੇਨਜ਼ਰ ਲਾਕਡਾਊਨ ਲਗਾ ਦਿੱਤਾ ਗਿਆ ਹੈ। ਉਸ ਸੰਬੰਧੀ ਦਿੱਲੀ ਦੇ ਵਿੱਚ ਉਹਨਾਂ ਲੋੜਵੰਦ ਵਿਅਕਤੀਆਂ ਨੂੰ ਲੰਗਰ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕੇਗੀ। ਇਸੇ ਸੰਬੰਧੀ ਕੁਆਰੰਟਾਈਨ ਸੈਂਟਰ ਔਰ ਲੰਗਰ ਹਾਲ ਦੀ ਵਿਵਸਥਾ ਵੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਰ ਦਿੱਤੀ ਸੀ। ਅੱਜ ਇਸੇ ਸੰਦਰਭ ਦੇ ਵਿੱਚ ਲੰਗਰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ ਔਰ ਇਸ ਲੰਗਰ ਦੀ ਪੂਰੀ ਤਰ੍ਹਾਂ ਪੈਕਿੰਗ ਵੀ ਹੋ ਰਹੀ ਹੈ ਔਰ ਦਾਲ, ਸਬਜ਼ੀ, ਚਾਵਲ, ਫੁਲਕੇ ਇਸ ਤਰ੍ਹਾਂ ਦੇ ਜਿਹੜੇ ਡੱਬਿਆਂ ਦੇ ਵਿੱਚ ਪੈਕਿੰਗ ਕਰਕੇ ਦਿੱਲੀ ਦੀ ਸਿੱਖ ਸੰਗਤ ਦੇ ਕੋਲ ਪਹੁੰਚਾਇਆ ਜਾਏਗਾ। ਜਿਹੜੇ ਲੋੜਵੰਦ ਹੋਣਗੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕੁਆਰੰਟਾਈਨ ਸੈਂਟਰ ਬਣਾਏ ਗਏ ਨੇ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਮਰੀਜ਼ ਨੇ ਜਾਂ ਜਿਨ੍ਹਾਂ ਦੇ ਘਰਾਂ ਵਿੱਚ ਖਾਣਾ ਬਣਾਉਣ ਦੀ ਕੋਈ ਵਿਵਸਥਾ ਨਹੀਂ, ਉਹਨਾਂ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਪੈਕਿੰਗਸ ਨੇ ਉਹ 6 ਗੱਡੀਆਂ ਹੁਣੇ ਰਵਾਨਾ ਹੋਣਗੀਆਂ। ਇਸੇ ਸੰਬੰਧੀ ਅਸੀਂ ਗੱਲ ਕਰਦੇ ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨਾਲ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਹੈ ਔਰ ਗੁਰੂ ਦਾ ਜਿਹੜੀ ਗੋਲਕ ਹੈਗੀ ਹੈ, ਸਿੱਖ ਸੰਗਤ ਦਾ ਜਿਹੜਾ ਲੰਗਰ ਹੈਗਾ ਉਸ ਦੀ ਵਿਵਸਥਾ ਕਰਾਉਣ ਦੇ ਲਈ ਤੇ ਉਸ ਲੰਗਰ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ, ਖਾਸ ਉਸ ਸਮੇਂ ਜਦੋਂ ਕਰੋਨਾ ਦੀ ਦੂਜੀ ਲਹਿਰ ਹੈ 26 ਅਪ੍ਰੈਲ ਤੱਕ ਜਦੋਂ ਲਾਕਡਾਊਨ ਲੱਗਿਆ ਹੋਇਆ ਹੈ। ਸੋ ਕੋਵਿਡ ਦੀ ਦੂਜੀ ਲਹਿਰ ਫੈਲਣ ਕਰਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਐਲਾਨ ਕੀਤਾ ਸੀ ਕਿ ਕੁਆਰੰਟਾਈਨ ਸੈਂਟਰ, ਲੰਗਰ ਹਾਲ ਤੇ ਕੋਈ ਹੋਰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਸ ਦੇ ਲਈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਗਈ ਸੀ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਰਸਾ ਸਾਡੇ ਨਾਲ ਨੇ। ਕੱਲ ਤੁਸੀਂ ਚਿੱਠੀ ਲਿਖੀ, ਕੀ ਜਵਾਬ ਆਇਆ ਜੀ ਉਦੋਂ? ਨਹੀਂ, ਅਜੇ ਤੱਕ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ। ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਆ ਜਿਹੜੀ ਜਗ੍ਹਾ ਨੇ ਇਹ ਤੁਹਾਡੇ ਲਈ ਅਵੇਲੇਬਲ ਨੇ, ਆਪਣੇ ਟੈਂਪਰੇਰੀ ਹਸਪੀਟਲ ਬਣਾਉਣ ਵਾਸਤੇ ਜਿਹੜੇ ਆਕਸੀਜਨ ਦੇ ਜਿਹਨੂੰ ਜ਼ਰੂਰਤ ਆ ਉਹਨਾਂ ਦੇ ਵਾਸਤੇ ਬੈੱਡ ਅਸੀਂ ਸਾਰੇ ਉਹਨਾਂ ਨੂੰ ਅਵੇਲੇਬਲ ਕਰਾਏ ਨੇ। ਲੰਗਰ ਲਈ ਕੱਲ ਤੁਸੀਂ 3 ਨੰਬਰ ਅਨਾਉਂਸ ਕਰ ਦਿੱਤੇ ਸੀ, 3 ਟਾਈਮ ਦਾ ਲੰਗਰ, ਅੱਜ ਤੁਸੀਂ ਅਵੇਲੇਬਲ ਲੰਗਰ ਕਰਵਾ ਦਿੱਤਾ ਹੈ। ਕਿੰਨੇ ਕੁ ਲੋਕ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਤੇ ਹੁਣ ਲੰਗਰ ਦੀ ਤਿਆਰੀ ਵੀ ਹੈ, ਕਿੱਥੋਂ ਕਿੱਥੋਂ ਤੱਕ ਤੁਸੀਂ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼? ਦੇਖੋ, ਇੱਕ ਤੇ ਇਸ ਤਰ੍ਹਾਂ ਕਿ ਬਹੁਤ ਜ਼ਿਆਦਾ ਡਿਮਾਂਡ ਤੇ ਉਹ ਆ ਰਹੀ ਆ। ਜਿਹੜੇ ਲੋਕ ਪਹਿਲਾਂ ਵੀ ਲਾਕਡਾਊਨ ਦੇ ਦੌਰਾਨ ਨਿਰਭਰ ਕਰ ਰਹੇ ਸੀ ਗੁਰੂ ਘਰ ਦੇ ਉੱਤੇ, ਉਹਨਾਂ ਦੇ ਤੇ ਕੱਲ ਦੇ ਸਾਡੇ ਉਹ ਸਟਾਫ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਪਹਿਲਾਂ ਤੋਂ ਉੱਥੇ ਸੇਵਾ ਹੀ ਸੀਗੇ, ਨਿਰੰਤਰ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਸੀਗੇ ਰਾਤ ਦੇ। ਫਿਰ ਅਸੀਂ ਪਹਿਲਾਂ ਤਾਂ ਅਸੀਂ ਉਮੀਦ ਕਰਕੇ ਚੱਲ ਰਹੇ ਸੀ ਕਿ 5-7 ਹਜ਼ਾਰ ਲੋਕਾਂ ਦੇ ਲੰਗਰ ਦੀ ਜ਼ਰੂਰਤ ਹੋ, ਲੇਕਿਨ ਫਿਰ ਜਿਵੇਂ ਦੀ ਰਾਤ ਡਿਮਾਂਡ ਆਉਣੀ ਸ਼ੁਰੂ ਹੋਈ ਉੱਤੇ ਕਈ ਹਜ਼ਾਰਾਂ ਲੋਕਾਂ ਦੀ ਆਉਣੀ ਸ਼ੁਰੂ ਹੋ ਗਈ। ਹੁਣ ਅੱਜ ਸਾਡੀਆਂ 6 ਗੱਡੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਹੁਣ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਬਣਦੇ ਨੇ। ਜੋ ਹੁਣ ਤੱਕ ਡਿਮਾਂਡ ਆਈ ਆ ਉਹਦੇ ਮੁਤਾਬਕ ਤਾਂ ਜੇ 15-16 ਹਜ਼ਾਰ ਲੋਕਾਂ ਦਾ 20 ਹਜ਼ਾਰ ਲੋਕਾਂ ਤੱਕ ਦੀ ਹੋਊਗੀ, ਲੇਕਿਨ ਹੁਣ ਅੱਗੇ ਕਿਵੇਂ ਡਿਮਾਂਡ ਵੱਧਦੀ ਉਹ ਹੁਣ ਥੋੜਾ ਆਉਣ ਵਾਲੇ ਸਮੇਂ ਪਤਾ ਲੱਗੂਗਾ। ਸਿਰਸਾ ਸਾਹਿਬ, ਕੋਵਿਡ ਦੀ ਲਹਿਰ ਕਰਕੇ ਮੁਲਾਜ਼ਮਾਂ ਦੀ ਵੀ ਸ਼ਾਰਟੇਜ ਹੋਏਗੀ, ਤੁਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਕਿਹਾ ਹੋਏਗਾ ਕਿ ਉਹਦੇ ਮੁਲਾਜ਼ਮ ਆਉਣ, ਉਦੋਂ ਤੁਸੀਂ ਲੰਗਰ ਦੀ ਸੇਵਾ ਵੀ ਕਰ ਰਹੇ ਹੋ, ਕਿਵੇਂ ਮੈਨੇਜ ਕਰ ਰਹੇ ਹੋ ਜੀ? ਦੇਖੋ, ਇੱਕ ਤਾਂ ਸਾਨੂੰ ਚਲੋ ਗੁਰੂ ਸਾਹਿਬ ਦੀ ਕਿਰਪਾ ਸਦਕੇ ਇੱਕ ਸਾਡਾ ਤੇ ਬੜਾ ਵਧੀਆ ਕੰਮ ਹੋ ਗਿਆ ਕਿ ਸਾਡਾ ਹੁਣ ਸਾਰੀ ਕਿਚਨ ਆਟੋਮੈਟਿਕ, ਕਾਫੀ ਹੱਦ ਤੱਕ ਸਾਨੂੰ ਜਿਹੜਾ ਇੱਥੇ ਸਟਾਫ ਦੀ ਜਿਹੜੀ ਆ ਕਾਫੀ ਘੱਟ ਲੋੜ ਪੈਂਦੀ ਆ। ਲੇਕਿਨ ਇਹ ਜਿਹੜੀ ਇਹਦੀ ਵਰਤਾਉਣਾ ਹੈ ਉਹ ਇੱਕ ਬਹੁਤ ਵੱਡਾ ਚੈਲੰਜ ਆ। ਉਹਦੇ ਵਾਸਤੇ ਸਾਨੂੰ ਜਿਹੜੀ ਬੜੀ ਹੈਲਪ ਦੀ ਲੋੜ ਪੈਂਦੀ ਆ ਔਰ ਅਸੀਂ ਵਲੰਟੀਅਰਸ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਦੇ ਹਾਂ ਕਿ ਜਿਹੜੇ ਸੇਵਾ ਸਾਡਾ ਸਾਥ ਦੇ ਸਕਣ ਉਹ ਜ਼ਰੂਰ ਅੱਗੇ ਆਉਣ, ਕਿਉਂਕਿ ਹੁਣ ਵੱਡਾ ਚੈਲੰਜ ਇਹ ਵੀ ਆ ਕਿ ਬਹੁਤ ਸਾਰੇ ਪਰਿਵਾਰਾਂ ਦੇ ਕੋਲ ਕੋਈ ਘਰ ਦਾ ਜੀ ਨਹੀਂ ਹੈਗਾ ਬਣਾਉਣ ਵਾਲਾ ਵੀ, ਉਹ ਸਾਰੇ ਕੋਵਿਡ ਨਾਲ ਇਫੈਕਟਡ ਨੇ। ਘਰ 'ਚ ਖਾਣੇ ਦਾ ਸਿਸਟਮ ਹੀ ਨਹੀਂ ਰਹਿ ਗਿਆ ਕੋਈ ਵੀ। ਉਹ ਬਹੁਤ ਵੱਡਾ ਚੈਲੰਜ ਆ। ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਲੋਕਾਂ ਨੂੰ ਨਾਲ ਜੋੜਿਆ ਜਾਵੇ। ਲੰਗਰ ਦੀ ਵਿਵਸਥਾ ਤੁਸੀਂ ਕਰ ਦਿੱਤੀ ਹੈ। ਕੱਲ ਦੇ ਮੈਸੇਜ ਇਹ ਵੀ ਆ ਰਹੇ ਨੇ ਕਿ ਆਕਸੀਜਨ ਸਿਲੰਡਰਾਂ ਦੀ ਕਮੀ ਆ ਗਈ। ਦਿੱਲੀ ਦੇ ਵਿੱਚ 100 ਬੈੱਡ ਰਹਿ ਗਏ ਸੀ ਕੱਲ ICU ਦੇ ਵਿੱਚ ਵੀ, ਔਰ ਤੁਸੀਂ ਜਿਹੜੀਆਂ ਗੁਰਦੁਆਰਾ ਬਾਲਾ ਸਾਹਿਬ ਹਸਪੀਟਲ ਦਾ ਵੀ ਅਵੇਲੇਬਿਲਿਟੀ ਕਰਾਈ ਹੈ, ਔਰ ਉੱਥੇ ਕਿੰਨੇ ਬੈੱਡ ਦੀ ਸਹੂਲਤ ਹੈਗੀ ਹੈ? ਲੰਗਰ ਹਾਲ ਤਾਂ ਤੁਸੀਂ ਕੰਪਲੀਟ ਕਰ ਦਿੱਤਾ ਹੈ। ਅਸੀਂ ਇਨੀਸ਼ੀਅਲੀ 20 ਬੈੱਡ ਜਿਹੜੇ ਉੱਥੇ ਦਿੱਤੇ ਨੇ ਔਰ ਆਕਸੀਜਨ ਦਾ ਵੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ। ਅਸੀਂ ਵੀ ਬਹੁਤ ਇੱਕ ਕ੍ਰਿਸ਼ੀਅਲ ਸਟੇਜ ਆ। ਕੁਝ ਆਕਸੀਜਨ ਦੇ ਸਿਲੰਡਰ ਅਸੀਂ ਲੋਕਾਂ ਦੇ ਘਰਾਂ 'ਚ ਲੋੜ ਪਈ ਕੱਲ ਭੇਜੇ ਨੇ, ਪਰ ਅਵੇਲੇਬਲ ਨਹੀਂ ਹੋ ਪਾ ਰਹੇ ਔਰ ICU ਤੇ ਬਿਲਕੁਲ ਹੀ ਅਵੇਲੇਬਲ ਨਹੀਂ ਹੈਗੇ। ਸੋ ਦੇਖਦੇ ਆਉਣ ਵਾਲੇ ਦਿਨਾਂ ਦੇ ਅੰਦਰ 2-3 ਦਿਨਾਂ 'ਚ ਕਿਸ ਤਰ੍ਹਾਂ ਇਸ ਚੈਲੰਜ ਨਾਲ ਨਿਪਟਿਆ ਜਾਏਗਾ। ਸਾਡੀ ਆਪਣੇ ਵੱਲੋਂ ਕੋਸ਼ਿਸ਼ ਆ ਕਿ ਇਸ ਚੈਲੰਜ ਨੂੰ ਵੀ ਐਕਸੈਪਟ ਕਰਕੇ ਤੇ ਕਿਸੇ ਤਰੀਕੇ ਆਪਣੇ ਉਹਨਾਂ ਪੇਸ਼ੈਂਟਸ ਜਿਹੜੇ ਸਾਡੇ ਤੋਂ ਉਮੀਦਾਂ ਰੱਖ ਕੇ ਬੈਠੇ ਆ ਉਹਨਾਂ ਨੂੰ ਕਿਸੇ ਤਰੀਕੇ ਆਕਸੀਜਨ ਪ੍ਰੋਵਾਈਡ ਕਰਾਈ ਜਾਵੇ, ਭਾਵੇਂ ਉਹਨਾਂ ਨੂੰ ਹੈਲਥ ਸਰਵਿਸ ਪ੍ਰੋਵਾਈਡ ਜਾਣ, ਇਹਦੀ ਕੋਸ਼ਿਸ਼ ਅਸੀਂ ਜਾਰੀ ਰੱਖਾਂਗੇ। ਕੋਵਿਡ ਦੀ ਪਹਿਲੀ ਲਹਿਰ ਦੇ ਵਿੱਚ ਵੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਲੱਖਣ ਕਾਰਜ ਰਿਹਾ ਹੈ, ਔਰ ਹੁਣ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਕਿੱਦਾਂ ਮੈਨੇਜ ਕਰੋਗੇ? ਕਿਉਂਕਿ ਐਕਸਪੀਰੀਅੰਸ ਸਾਡੇ ਕੋਲ ਹੈਗਾ। ਉਦੋਂ ਸੀਗਾ ਕਿ ਲੋਕਾਂ ਨੂੰ ਇੱਕ ਉਤਸ਼ਾਹ ਵੀ ਸੀ
ਪਤਾ ਨਹੀਂ ਸੀ, ਲੇਕਿਨ ਹੁਣ ਪੈਨਿਕ ਵੀ ਹੈ, ਡਰ ਵੀ ਹੈ, ਡੈਥ ਰੇਟ ਵੀ ਵਧ ਰਿਹਾ ਹੈ। ਦੇਖੋ, ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕਿਰਪਾ ਰਹਿਣੀ ਚਾਹੀਦੀ ਹੈ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੀ ਮਿਹਰ ਹੋਣੀ ਚਾਹੀਦੀ ਆ। ਅੱਗੇ ਵੀ ਉਸ ਮਾਲਕ ਨੇ ਆਪ ਹੀ ਸੇਵਾ ਕਰਾਈ ਸੀ, ਹੁਣ ਵੀ ਉਸ ਮਾਲਕ ਨੇ ਆਪ ਹੀ ਸੇਵਾ ਕਰਾਉਣੀ ਆ। ਜਿਹੜਾ ਗੁਰੂ ਘਰ ਆ ਉਹਦੇ ਚ ਰਸਤੇ ਨਿਕਲਦੇ ਨੇ। ਗੁਰਦੁਆਰਾ ਗੁਰੂ ਦਾ ਘਰ ਇਸੇ ਕਰਕੇ ਆ ਨਾ, ਕਿਉਂਕਿ ਉਹ ਬੰਦੇ ਦਾ ਨਹੀਂ ਹੈਗਾ, ਸਰਕਾਰ ਦਾ ਨਹੀਂ, ਉਹ ਗੁਰੂ ਦਾ ਹੈ। ਜਿੱਥੇ ਗੁਰੂ ਦਾ ਘਰ ਹੈ, ਉਸ ਗੁਰੂ ਨੇ ਫਿਰ ਆਪਣੇ ਘਰ ਦੀ ਆਪ ਹੀ ਚਿੰਤਾ ਕਰਨੀ ਹੈ। ਸੋ ਸਾਨੂੰ ਕੋਈ ਬਹੁਤਾ ਬੋਝ ਨਹੀਂ ਹੈਗਾ। ਅੱਗੇ ਮਾਲਕ ਨੇ ਆਪ ਕਿਰਪਾ ਕੀਤੀ, ਗਾਵੇਂ ਮਾਲਕ ਆਪ ਹੀ ਕਿਰਪਾ ਕਰੂ। ਲਾਕਡਾਊਨ ਨੂੰ ਕਿਵੇਂ ਦੇਖਦੇ ਹੋ? ਮਿੰਨੀ ਲਾਕਡਾਊਨ ਚਾਹੇ ਲੱਗਿਆ ਹੈ, ਲੋਕਾਂ ਨੂੰ ਕੀ ਤੁਹਾਡਾ ਮੈਸੇਜ ਕੀ ਹੈਗਾ, ਸੁਨੇਹਾ ਕੀ ਹੈਗਾ, ਪ੍ਰੀਕਾਸ਼ਨ ਕਿੱਦਾਂ ਰੱਖਣ, ਕਿਉਂਕਿ ਲਗਾਤਾਰ ਤੁਸੀਂ ਵਿਚ ਰਹੇ? ਪ੍ਰੀਕਾਸ਼ਨ ਤੇ ਬਹੁਤ ਜ਼ਰੂਰੀ ਹੈ। ਹਰੇਕ ਨੂੰ ਆਪਣੀ ਸਿਹਤ ਦਾ ਧਿਆਨ ਦੇਣਾ ਚਾਹੀਦਾ, ਹਰੇਕ ਨੂੰ ਜੋ ਗਾਈਡਲਾਈਨਸ ਨੂੰ ਮੰਨਣਾ ਚਾਹੀਦਾ। ਇਹ ਗਾਈਡਲਾਈਨਸ ਬੜੀਆਂ ਕ੍ਰੂਸ਼ੀਅਲ ਨੇ, ਸਾਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ, ਕਿਉਂਕਿ ਅਸੀਂ ਆਪਣੇ ਨਾਲ ਕਿਸੇ ਹੋਰ ਲਈ ਖਤਰਾ ਨਾ ਬਣ ਜਾਈਏ। ਇਸ ਗੱਲ ਦੀ ਸਾਨੂੰ ਸਭ ਨੂੰ ਚਿੰਤਾ ਕਰਨ ਦੀ ਲੋੜ ਹੈ। ਹੈਡ ਗ੍ਰੰਥੀ ਸਾਹਿਬ ਨੇ ਸਾਡੇ ਨਾਲ, ਜਥੇਦਾਰ ਰਣਜੀਤ ਸਿੰਘ ਜੀ। ਕਿਵੇਂ ਦੇਖਦੇ ਹੋ ਪਿਛਲੇ ਵਾਰ ਦੀ ਲਹਿਰ ਤੇ ਇਸ ਵਾਰ ਦੀ ਲਹਿਰ? ਹੁਣ ਤੁਸੀਂ ਲੰਗਰ ਦੀ ਵਿਵਸਥਾ ਵੀ ਤੁਸੀਂ ਕਰਵਾ ਦਿੱਤੀ ਹੈ, ਫਰਕ ਕੀ ਲੱਗਦਾ ਜੀ? ਕਿਉਂਕਿ ਮਿੰਨੀ ਲਾਕਡਾਊਨ ਕਿਹਾ ਜਾ ਰਿਹਾ, ਪਰ ਲੋਕਾਂ 'ਚ ਫਿਰ ਵੀ ਉਨਾ ਹੀ ਡਰ ਹੈਗਾ। ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਵੀ ਇਹ ਤਾਂ ਗੁਰੂ ਦਾ ਕਾਰਜ ਗੁਰੂ ਨੇ ਕਰਾਉਣਾ। ਮੈਂ ਤਾਂ ਅੱਜ ਸਵੇਰੇ 7:30 ਵਜੇ ਸ਼੍ਰੀ ਮੁਖਵਾਕ ਤੋਂ ਬਾਅਦ ਵੀ ਸੰਗਤ ਦੇ ਵਿੱਚ ਬੇਨਤੀ ਕੀਤੀ ਸੀ ਕਿ ਧਰਮ ਕਿਹਨੂੰ ਕਹਿੰਦੇ ਨੇ। ਜਿਹੜੇ ਧਾਰਮਿਕ ਚਿੰਨ੍ਹ ਨੇ, ਅਗਰ ਧਰਮ ਨਾ ਹੋਇਆ ਅੰਦਰ ਤੇ ਕੇਵਲ ਇਹ ਭੇਖ, ਪਖੰਡ, ਵਿਖਾਵਾ ਬਣ ਕੇ ਰਹਿ ਜਾਏਗਾ। ਕਿਸੇ ਦੇ ਮੱਥੇ ਤੇ ਤਿਲਕ ਹੋਵੇ, ਕਿਸੇ ਦੇ ਗਲ 'ਚ ਕਿਰਪਾਨ ਹੋਵੇ, ਤੇ ਕਿਸੇ ਬੰਦੇ ਨੇ ਸੁਨਨਤ ਕਰਾਈ ਹੋਵੇ, ਕਿਸੇ ਨੇ ਗਲ 'ਚ ਕ੍ਰਾਸ ਪਾਇਆ ਹੋਵੇ, ਅਗਰ ਉਹਦੇ ਅੰਦਰ ਦਇਆ ਨਹੀਂ, ਧਰਮ ਨਹੀਂ, ਸੱਤ ਨਹੀਂ, ਸੰਤੋਖ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ, ਪਿਆਰ ਨਹੀਂ, ਤੇ ਉਹ ਸਿਰਫ ਇੱਕ ਅਡੰਬਰ ਹੈ, ਇੱਕ ਭੇਖ ਹੈ। ਐਵੇਂ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਨੇ। ਧਰਮ ਤੇ ਇਹੋ ਹੀ ਹੈ ਕਿ ਜਦੋਂ ਕਿਸੇ ਨੂੰ ਤੁਸੀਂ ਭੁੱਖਾ ਵੇਖੋ, ਕਿਸੇ ਨੂੰ ਦੁਖੀ ਵੇਖੋ, ਕਿਸੇ ਨੂੰ ਲੋੜਵੰਦ ਵੇਖੋ, ਤੇ ਫਿਰ ਤੁਸੀਂ ਸੋਚੋ ਨਹੀਂ, ਫਿਰ ਤੁਸੀਂ ਚੱਲ ਦੋ। ਤਾਂ ਮੈਂ ਇਸ ਗੱਲ ਦੀ ਵਧਾਈ ਦੇਣਾ ਦਿੱਲੀ ਕਮੇਟੀ ਨੂੰ ਕਿ ਕਰੋਨੇ ਦਾ ਪ੍ਰਕੋਪ ਵੀ ਹੈ, ਇਲੈਕਸ਼ਨ ਵੀ ਹੈ, ਪਰ ਉਹਦੇ ਬਾਵਜੂਦ ਮੈਂ ਕੱਲ ਪ੍ਰਧਾਨ ਜੀ ਨੂੰ ਕੱਲ ਵੀ ਕਿਹਾ ਸੀ ਕਿ ਪ੍ਰਧਾਨ ਜੀ ਇਹ ਬਹੁਤ ਜ਼ਰੂਰੀ ਸਟੈਪ ਤੁਸੀਂ ਚੁੱਕਿਆ, ਬਜਾਏ ਕਿ ਅਸੀਂ ਆਨਾਕਾਨੀ ਕਰਦੇ। ਇਹ ਸਾਡਾ ਧਰਮ ਸੀ, ਸਾਡਾ ਫਰਜ਼ ਸੀ, ਤੁਸੀਂ ਆਪਣੇ ਫਰਜ਼ ਦੀ ਅਦਾਇਗੀ ਕੀਤੀ ਹੈ। ਤੇ ਰਹੀ ਗੱਲ ਕਿ ਇਹ ਸਾਰਾ ਕੁਝ ਕਿੱਥੋਂ ਆਏਗਾ, ਇਹ ਰਸਤਾਂ ਬਸਤਾਂ ਦੁਰਗਾਹੋਂ ਆਉਣਗੀਆਂ ਤੇ ਉਹਦੇ ਸੇਵਕ ਵਰਤਾਉਣਗੇ। ਇੱਥੇ ਤੁਸੀਂ ਆ ਵੇਖੋ, ਤੁਸੀਂ ਉਹੀ ਬਰਕਤਾਂ ਆਉਣਗੀਆਂ, ਉਦਾਂ ਹੀ ਸੰਗਤ ਕਾਮ ਧੇਨ ਬਣੂਗੀ, ਔਰ ਕਿਸੇ ਗੱਲ ਦਾ ਘਾਟਾ ਨਹੀਂ ਰਹਿਣਾ, ਨਾ ਸੇਵਾ ਕਰਨ ਵਾਲਿਆਂ ਦਾ ਤੇ ਨਾ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਣ ਵਾਲਿਆਂ ਦਾ। ਹਾਂਜੀ। ਸੋ ਇਹ ਸਨ ਹੈਡ ਗ੍ਰੰਥੀ ਬੰਗਲਾ ਸਾਹਿਬ ਜਥੇਦਾਰ ਰਣਜੀਤ ਸਿੰਘ। ਮੈਂ ਤੁਹਾਨੂੰ ਦਿਖਾ ਦਿਆਂ ਕਿ ਲੰਗਰ ਦੀ ਵਿਵਸਥਾ ਪੂਰੀ ਇੱਥੇ ਬਣ ਚੁੱਕੀ ਹੈ। ਇੱਥੇ ਹਰ ਤਰ੍ਹਾਂ ਦਾ ਜਿਹੜਾ ਲੰਗਰ ਹੈ ਇਹ ਆਲਰੇਡੀ ਬਣ ਵੀ ਰਿਹਾ, ਬਣ ਵੀ ਚੁੱਕਿਆ ਹੈ, ਔਰ ਆਟੋਮੈਟਿਕ ਜਿਹੜੀਆਂ ਇਹ ਮਸ਼ੀਨਾਂ ਹੈਗੀਆਂ, ਪਿਛਲੇ ਦਿਨਾਂ ਦੇ ਵਿੱਚ ਲੰਗਰ ਹਾਲ ਦਾ ਜਦੋਂ ਉਦਘਾਟਨ ਕੀਤਾ ਗਿਆ ਸੀ, ਉਸ ਮੌਕੇ ਦੇ ਉੱਤੇ ਇਹ ਅਨਾਉਂਸ ਕੀਤਾ ਗਿਆ ਸੀ ਕਿ ਜਿਹੜਾ ਲੰਗਰ ਪਹਿਲਾਂ 2 ਘੰਟਿਆਂ 'ਚ ਬਣਦਾ ਸੀ, ਉਹ ਹੁਣ ਅੱਧੇ ਘੰਟੇ 'ਚ ਬਣ ਸਕੇਗਾ। ਇਸੇ ਤਰ੍ਹਾਂ ਲੰਗਰ ਦੀ ਪੈਕਿੰਗ ਵੀ ਸ਼ੁਰੂ ਹੋ ਚੁੱਕੀ ਹੈ, ਲੰਗਰ ਦੀਆਂ ਗੱਡੀਆਂ ਵੀ ਜਾਣੀਆਂ ਸ਼ੁਰੂ ਹੋ ਚੁੱਕੀਆਂ। ਕੱਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਸਰਕਾਰ ਨੂੰ ਚਿੱਠੀ ਵੀ ਲਿਖ ਦਿੱਤੀ ਸੀ, ਜਿਸ ਵਿੱਚ ਉਹਨਾਂ ਨੇ ਆਖਿਆ ਸੀ ਕਿ ਜੋ ਕੁਝ ਵੀ ਤੁਹਾਨੂੰ ਚਾਹੀਦਾ ਹੈ, ਗੁਰੂ ਘਰਾਂ ਦੀਆਂ ਸਰਾਵਾਂ ਚਾਹੀਦੀਆਂ ਨੇ, ਲੰਗਰ ਹਾਲ ਚਾਹੀਦਾ ਹੈ, ਕੁਆਰੰਟੀਨ ਸੈਂਟਰ ਬਣਾਉਣ ਲਈ ਕਮਰੇ ਚਾਹੀਦੇ ਨੇ। ਉਹਨਾਂ ਨੇ ਲੈਟਰ ਲਿਖ ਦਿੱਤੀ ਸੀ। ਦਿੱਲੀ ਸਰਕਾਰ ਨੇ ਉਸ ਲੈਟਰ ਤੇ ਹਾਲੇ ਤੱਕ ਇਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਜਵਾਬ ਨਹੀਂ ਭੇਜਿਆ। ਲੇਕਿਨ ਇਸ ਤਰ੍ਹਾਂ ਹੀ ਆ ਦੇਖੋ, ਜਿਵੇਂ ਤਾਜ਼ਾ ਜਿਹੜਾ ਲੰਗਰ ਹੈ ਬੀਬੀਆਂ ਵੀ ਤਿਆਰ ਕਰ ਰਹੀਆਂ। ਲਗਾਤਾਰ ਇਸ ਲੰਗਰ ਹਾਲ ਦੇ ਵਿੱਚ ਜਿਹੜੀ ਸੇਵਾ ਜਿਹੜੀ ਚੱਲ ਰਹੀ ਹੈ, ਉਹਨਾਂ ਲੋਕਾਂ ਲਈ ਜਿਹੜੇ ਕਰੋਨਾ ਕਾਲ ਦੌਰਾਨ ਜਦੋਂ ਉਹਨਾਂ ਦੇ ਘਰ ਦੇ ਬਿਮਾਰ ਨੇ ਜਾਂ ਉਹਨਾਂ ਦੇ ਕੋਲ ਲੰਗਰ ਪਕਾਉਣ ਦੀ ਜਾਂ ਲੰਗਰ ਲਿਆਉਣ ਦੀ ਕੋਈ ਵਿਵਸਥਾ ਨਹੀਂ, ਉਸ ਸਮੇਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਉਸ ਸਮੇਂ ਸ਼ਲਾਘਾਯੋਗ ਹੈ ਜਦੋਂ ਕਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਦਿੱਲੀ ਦੇ ਵਿੱਚ 26 ਅਪ੍ਰੈਲ ਤੱਕ ਲਾਕਡਾਊਨ ਲੱਗਿਆ ਹੋਇਆ ਹੈ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀਵੀ।